हाँ जी, सत श्री अकाल जी साਰਿਆਂ ਨੂੰ ਵੈਲਕਮ ਕਰਦੇ ਹਾਂ ਸਾਰੇ ਸਟੂਡੈਂਟਸ ਦਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਮਾਈ ਆਨਲਾਈਨ ਮੈਥ ਤੇ ਆਪਣਾ ਟੌਪਿਕ ਹੈ ਜਿਹੜਾ ਸੀਕੁਐਂਸ ਆਫ ਫੰਕਸ਼ਨਸ ਹੈ। ਆਪਾਂ ਸਟਾਰਟ ਕਰਿਆ ਸੀਗਾ, ਇੱਕ ਵੀਡੀਓ ਉਹਦੇ ਤੇ ਆ ਚੁੱਕੀ ਹੈ, ਠੀਕ ਹੈ। ਉਹਦੇ 'ਚ ਆਪਾਂ ਡਿਸਕਸ ਕਰਿਆ ਸੀ ਪੁਆਇੰਟ ਵਾਈਜ਼ ਕਨਵਰਜੈਂਟ ਤੇ ਯੂਨੀਫਾਰਮਲੀ ਕਨਵਰਜੈਂਟ ਦਾ ਡਿਫਰੈਂਸ। ਮੈਂ ਜਸਟ ਤੁਹਾਨੂੰ ਡੈਫੀਨੇਸ਼ਨ ਤੋਂ ਦੱਸਿਆ ਸੀ, ਠੀਕ ਹੈ। ਤਾਂ ਕਈ ਸਟੂਡੈਂਟਸ ਨੂੰ ਉਹਦੇ ਵਿੱਚ ਪ੍ਰੋਬਲਮ ਹੈ ਹਜੇ ਤੱਕ, ਤਾਂ ਅੱਜ ਆਪਾਂ ਉਹ ਸਾਰੀ ਪ੍ਰੋਬਲਮ ਹੈ ਮੈਂ ਕਹਿਣਾ ਐਗਜ਼ਾਮਪਲ ਲੈ ਕੇ ਕੱਲੀ ਕੱਲੀ ਗੱਲ ਕਲੀਅਰ ਕਰ ਦਿਆਂਗੇ। ਵੀ ਜਰਨਲੀ ਸਟੂਡੈਂਟਸ ਨੂੰ ਇਹ ਕਨਫਿਊਜ਼ਨ ਸੀ ਕਿ ਜਿਹੜਾ ਆਹ ਐਮ ਹੈ ਇਹਦੀ ਡੈਫੀਨੇਸ਼ਨ ਕਹਿੰਦੀ ਸੀ ਪੁਆਇੰਟ ਵਾਈਜ਼ ਕਨਵਰਜੈਂਟ ਦੀ ਕਿ ਅ ਸੀਕੁਐਂਸ ਆਫ ਫੰਕਸ਼ਨ ਐਫ ਐਨ ਡਿਫਾਈਨਡ ਔਨ ਸੈਟ ਈ ਇਜ਼ ਸੈਡ ਟੂ ਬੀ ਪੁਆਇੰਟ ਵਾਈਜ਼ ਕਨਵਰਜੈਂਟ ਫੋਰ x belongs to e given epsilon greater than 0 there exist m ਨੰਬਰ ਮਿਲਦਾ ਸੀ ਆਪਾਂ ਨੂੰ ਨੈਚੁਰਲ ਨੰਬਰ ਚੋਂ, ਠੀਕ ਹੈ। ਤਾਂ ਸਟੂਡੈਂਟਸ ਦੀ ਕਨਫਿਊਜ਼ਨ ਹੈ ਕਿ ਜਿਹੜਾ m ਹੈ ਇਹ ਡਿਪੈਂਡ ਕਿਉਂ ਕਰਦਾ ਹੈ x ਤੇ ਐਪਸਾਈਲਨ ਤੇ, ਠੀਕ ਹੈ। ਬਾਕੀ ਸਾਰੀ ਡੈਫੀਨੇਸ਼ਨ ਇੱਥੇ ਸੇਮ ਸੀ, ਇੱਕ ਇੱਥੇ ਆਲ ਯੂਨੀਫਾਰਮਲੀ ਕਨਵਰਜੈਂਟ ਦੇ ਵਿੱਚ ਸਾਰਾ ਕੁਝ ਸੇਮ ਸੀ, ਜਸਟ ਇੱਥੇ ਇੱਕ ਆਲ x belongs to e ਆਇਆ ਸੀ, ਇੱਥੇ ਕੱਲਾ x belongs to e ਹੈ, ਠੀਕ ਹੈ। ਐਂਡ ਇੱਥੇ ਆਪਣੇ ਕੋਲੇ ਇੱਕ n ਨੈਚੁਰਲ ਨੰਬਰ ਮਿਲਦਾ ਸੀ, ਉਹ ਕੱਲਾ ਡਿਪੈਂਡ ਕਰਦਾ ਸੀ ਕਿਹਦੇ ਤੇ, ਐਪਸਾਈਲਨ ਤੇ। ਜਿਹੜਾ ਇਹ m ਨੈਚੁਰਲ ਨੰਬਰ ਹੈ ਡਿਪੈਂਡ ਕਰਦਾ x ਤੇ ਐਪਸਾਈਲਨ ਤੇ, ਪਰ ਇਹ ਡੈਫੀਨੇਸ਼ਨ ਤੋਂ ਕਲੀਅਰ ਨਹੀਂ ਹੋਇਆ ਕਈਆਂ ਨੂੰ, ਠੀਕ ਹੈ। ਤੇ ਅੱਜ ਆਪਾਂ ਐਗਜ਼ਾਮਪਲ ਲੈ ਕੇ ਕੱਲੀ ਕੱਲੀ ਗੱਲ ਕਲੀਅਰ ਕਰ ਦਾਂਗੇ। ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਡਾਊਟ ਇਹਦੇ ਵਿੱਚ ਰਹੂਗਾ, ਠੀਕ ਹੈ। ਲਓ ਸ਼ੁਰੂ ਕਰਦੇ ਹਾਂ ਆਪਣਾ ਧਮਾਕੇਦਾਰ ਅੱਜ ਦਾ ਲੈਕਚਰ ਆ, ਜਿਹੜਾ ਲੈਕਚਰ ਨੰਬਰ 2 ਔਨ ਦਾ ਟੌਪਿਕ ਦੈਟ ਇਜ਼ ਸੀਕੁਐਂਸ ਆਫ ਫੰਕਸ਼ਨਸ। ਲਓ ਵੀ ਇਹਦੀ ਹੁਣ ਆਪਾਂ ਕਨਵਰਜੈਂਸ ਡਿਸਕਸ ਕਰਨ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਕਨਵਰਜੈਂਟ ਦਾ ਮੀਨਿੰਗ ਦੱਸ ਦਊਂ ਵੀ ਕਨਵਰਜੈਂਟ ਹੁੰਦੀ ਕੀ ਚੀਜ਼ ਹੈ, ਠੀਕ ਹੈ। ਕਨਵਰਜੈਂਸ ਕੋਈ ਸੀਕੁਐਂਸ ਆਪਾਂ ਕਹਿ ਦਿੰਦੇ ਵੀ ਕਨਵਰਜੈਂਟ ਹੋ ਗਿਆ, ਕੀ ਚੱਕਰ ਹੈ ਵੀ ਕਨਵਰਜੈਂਟ ਹੁੰਦਾ ਕੀ ਹੈ, ਇਹ ਆਪਾਂ ਡਿਸਕਸ ਪਹਿਲਾਂ ਕਰ ਲਈਏ, ਠੀਕ ਹੈ। ਮੈਂ ਪਹਿਲਾਂ ਤੁਹਾਨੂੰ ਦੱਸੂਗਾ ਕਨਵਰਜੈਂਸ ਆਫ ਸੀਕੁਐਂਸ, ਕੱਲੀ ਸੀਕੁਐਂਸ ਦੀ ਕਨਵਰਜੈਂਸ ਦੱਸੂਗਾ। ਉਸ ਤੋਂ ਬਾਅਦ ਆਪਾਂ ਸੀਕੁਐਂਸ ਆਫ ਫੰਕਸ਼ਨਸ ਤੇ ਵੀ ਆਉਣੇ, ਕਨਵਰਜੈਂਸ ਆਫ ਸੀਕੁਐਂਸ ਆਪਾਂ ਦੱਸ ਦਈਏ, ਠੀਕ ਹੈ। ਚਲੋ ਜੀ, ਕਨਵਰਜੈਂਸ ਆਫ ਸੀਕੁਐਂਸ, ਠੀਕ ਹੈ। ਤੇ ਸੀਕੁਐਂਸ ਮੈਂ ਤੁਹਾਨੂੰ ਡੈਫੀਨੇਸ਼ਨ ਦੱਸੀ ਸੀ, ਇਹ ਆਪਾਂ ਪਹਿਲਾਂ ਪੜ੍ਹ ਕੇ ਆਏ ਹਾਂ। ਹੁਣ ਆਪਣੇ ਕੋਲ ਸੀਕੁਐਂਸ ਆਫ ਫੰਕਸ਼ਨਸ ਹੈ, ਠੀਕ ਹੈ। ਪਰ ਆਪਾਂ ਕਨਵਰਜੈਂਸ ਸਮਝਣ ਦੇ ਲਈ ਕਨਵਰਜੈਂਸ ਆਫ ਸੀਕੁਐਂਸ ਦੇਖ ਰਹੇ ਹਾਂ ਇਕੱਲੀ, ਠੀਕ ਹੈ। ਤਾਂ ਸੀਕੁਐਂਸ ਕੀ ਸੀਗਾ, ਇੱਕ ਮੈਂ ਤੁਹਾਨੂੰ ਦੱਸਿਆ ਸੀ ਕਿ ਨੈਚੁਰਲ ਨੰਬਰ ਤੋਂ ਲੈ ਕੇ ਕਿਸੇ ਵੀ ਸੈੱਟ ਤੱਕ B ਤੱਕ, ਠੀਕ ਹੈ, ਇੱਕ ਮੈਪਿੰਗ ਜਾਊਗੀ F ਤੇ ਉਹਨੂੰ ਆਪਾਂ ਬੋਲਾਂਗੇ ਸੀਕੁਐਂਸ। ਡੋਮੇਨ ਇਹਦੀ ਕੀ ਹੋਣੀ ਚਾਹੀਦੀ ਹੈ, ਨੈਚੁਰਲ ਨੰਬਰ ਹੋਣੀ ਚਾਹੀਦੀ ਹੈ, ਠੀਕ ਹੈ। ਚਲੋ ਮੰਨ ਲਓ ਹੁਣ ਆਪਾਂ ਜਸਟ ਐਗਜ਼ਾਮਪਲ ਲੈ ਲਈਏ, ਇੱਕ ਮੰਨ ਲਓ ਇੱਕ ਸੀਕੁਐਂਸ ਲੈ ਲਿਆ fn is 1/n, ਠੀਕ ਹੈ। ਤੇ n ਇੱਥੇ ਕੀ ਹੈ, ਨੈਚੁਰਲ ਨੰਬਰ ਨੂੰ, n ਕੀ ਹੈ ਇੱਥੇ ਨੈਚੁਰਲ ਨੰਬਰ ਨੂੰ ਬਿਲੋਂਗ ਕਰਦਾ। ਇਹ ਆਪਣੇ ਕੋਲੇ ਕੀ ਹੈ, ਇੱਕ ਸੀਕੁਐਂਸ ਹੈ, ਕੱਲਾ ਸੀਕੁਐਂਸ ਹੈ, ਠੀਕ ਹੈ। ਚਲੋ ਇਹਦੀ ਕਨਵਰਜੈਂਸ ਦਾ ਮੀਨਿੰਗ ਕੀ ਹੈ ਵੀ ਇਹਦਾ ਆਨਸਰ ਹੈ ਜਿਹੜਾ ਉਹ ਕੀ ਆ ਸਕਦਾ, ਠੀਕ ਹੈ। ਚਲੋ n ਦੀ ਵੈਲਿਊ ਇੱਥੇ ਆਪਾਂ ਕੀ ਪੁੱਟ ਕਰ ਸਕਦੇ ਹਾਂ, ਨੈਚੁਰਲ ਨੰਬਰ ਚੋਂ ਪੁੱਟ ਕਰ ਸਕਦੇ ਹਾਂ, ਠੀਕ ਹੈ। ਲੋ ਪੁੱਟ ਕਰਦੇ ਹਾਂ, ਹੁਣ ਇਹਦੀਆਂ ਟਰਮਸ ਦੇਖ ਲਈਏ ਕੀ ਆਉਂਦੀਆਂ। f(1) 1.1 ਹੋ ਗਿਆ, ਠੀਕ ਹੈ। f(2) ਕਿੰਨਾ ਹੋ ਗਿਆ, 1.2। ਹੁਣ ਤੁਹਾਨੂੰ ਕਲੀਅਰ ਹੀ ਹੈ ਇੱਥੇ ਇਹ ਕੀ ਹੈ, ਡਿਕਰੀਜ਼ਿੰਗ ਸੀਕੁਐਂਸ ਹੈ, ਠੀਕ ਹੈ। ਡਿਕਰੀਜ਼ਿੰਗ ਕਿਉਂ ਆ, ਕਿਉਂਕਿ ਇਹਦੀ ਵੈਲਿਊ ਹੈ ਜਿਹੜੀ ਘਟੀ ਜਾਂਦੀ ਹੈ, ਪਹਿਲਾਂ 1 ਸੀਗੀ, ਫਿਰ ਹਾਫ ਰਹੇਗੀ, ਫਿਰ 1/3 ਰਹੇਗੀ। ਜਿੰਨਾ ਜਿੰਨਾ ਨੰਬਰ ਥੱਲੇ ਭਾਰ ਆਪਾਂ ਵਧਾਈ ਜਾਵਾਂਗੇ ਇਹਨੇ ਤਾਂ ਦਬ ਜਾਣਾ ਜਮੀ, ਠੀਕ ਹੈ। ਮੀਨਸ ਹੁਣ ਜਿਵੇਂ ਜਿਵੇਂ ਇੱਥੇ ਆਪਾਂ ਕੀ ਪੁੱਟ ਕਰ ਸਕਦੇ ਹਾਂ, 3 ਪੁੱਟ ਕਰ ਲਿਆ, 4 ਪੁੱਟ ਕਰ ਲਾਂਗੇ, ਕਿੰਨੇ ਨੰਬਰ ਪੁੱਟ ਕਰ ਸਕਦੇ ਜਿੰਨੇ ਮਰਜ਼ੀ ਕਰੀ ਜਾਓ। ਇਹ ਨੈਚੁਰਲ ਨੰਬਰ ਕਿਹੜੇ ਖਤਮ ਹੋਣ ਵਾਲੇ ਹੈ, ਠੀਕ ਹੈ। ਲਓ ਹੁਣ ਮੰਨ ਲਓ ਆਪਾਂ ਇੱਥੇ ਜਾ ਕੇ ਕੀ ਹੈ, ਇੱਕ ਨੰਬਰ ਪੁੱਟ ਕਰਤਾ m, ਠੀਕ ਹੈ। ਕਿੰਨਾ ਆਨਸਰ ਆ ਗਿਆ ਇਹਦਾ 1/m, ਠੀਕ ਹੈ। ਹੁਣ m ਇੰਨਾ ਕੁ ਵੱਡਾ ਨੰਬਰ ਹੈ ਕਿ ਇਹਨੂੰ ਕੀ ਹੈ, ਇਹਨੇ 0 ਨੂੰ ਅਪਰੋਚ ਕਰਵਾਤਾ, ਠੀਕ ਹੈ। 0 ਨੂੰ ਅਪਰੋਚ ਕਰਾਇਆ, ਮੈਂ ਇਹ ਨਹੀਂ ਕਹਿ ਰਿਹਾ ਕਿ 1/m ਦਾ ਆਨਸਰ 0 ਆ ਗਿਆ, 0 ਨੂੰ ਅਪਰੋਚ ਕਰ ਰਿਹਾ, ਠੀਕ ਹੈ। ਮੀਨਸ ਆਪਾਂ ਕਹਿ ਸਕਦੇ ਹਾਂ ਅਪਰੋਕਸੀਮੇਟਲੀ ਆਨਸਰ ਕਿਹੜਾ ਹੈ, 0 ਹੋਗਾ। ਲਿਮਟ ਦੇ ਬਾਰੇ ਤਾਂ ਆਪਾਂ ਬਹੁਤ ਜ਼ਿਆਦਾ ਡਿਸਕਸ ਕਰਕੇ 11th ਕਲਾਸ ਤੋਂ ਲੱਗ ਜਾਂਦੇ, ਠੀਕ ਹੈ। ਮੀਨਸ ਇਹਦੀ ਲਿਮਟ 0 ਆ ਗਈ, ਠੀਕ ਹੈ। ਚਲੋ ਇਸ ਤੋਂ ਵੱਡਾ ਨੰਬਰ ਜਿਹੜਾ ਮਰਜ਼ੀ ਹੁਣ ਇੱਥੇ ਪੁੱਟ ਕਰੀ ਜਾਓ, 1/m + 1 ਪੁੱਟ ਕਰਤਾ, ਠੀਕ ਹੈ। ਤੇ ਫਿਰ ਵੀ 0 ਹੀ ਆਊਗਾ ਕਿਉਂਕਿ ਇਹਦਾ ਆਨਸਰ 0 ਹੈ। ਇਹ ਤਾਂ ਇਸ ਤੋਂ ਵੱਡਾ ਨੰਬਰ 1 ਦੇ ਨੀਚੇ ਰੱਖੀ ਬੈਠੇ, ਇਹਨੇ ਤਾਂ 0 ਨੂੰ ਜਾਣਾ ਹੀ ਜਾਣਾ ਹੈ। ਲਓ m + 2 ਪੁੱਟ ਕਰ ਲਓ, ਕਿੰਨਾ ਆ ਗਿਆ 1/m + 2, ਇਹ ਵੀ 0 ਨੂੰ ਜਾਊ। ਮੀਨਸ ਇਸ ਤੋਂ ਬਾਅਦ m ਤੋਂ ਲੈ ਕੇ ਉਸ ਤੋਂ ਬਾਅਦ ਜਿਹੜਾ ਮਰਜ਼ੀ ਨੰਬਰ ਇੱਥੇ ਪੁੱਟ ਕਰੀਏ ਉਹ ਆਨਸਰ ਕੀ ਆ ਜਾਊਗਾ, 0 ਨੂੰ ਅਪਰੋਚ ਕਰੀ ਜਾਊਗਾ, ਠੀਕ ਹੈ। ਤਾਂ ਆਪਾਂ ਇੱਥੋਂ ਕੀ ਕਹਿ ਸਕਦੇ ਹਾਂ, ਆਪਾਂ ਨੂੰ ਇੱਕ ਨੰਬਰ ਮਿਲ ਗਿਆ m, there exist m belongs to natural numbers and epsilon greater than 0 and f of x minus 0 is less than epsilon for all n greater than equals to m। ਲੋ ਵੀ ਹੁਣ ਸਾਰੀ ਗੱਲ ਆਪਾਂ ਐਸੇ ਦੇ ਵਿੱਚ ਨਿਬੇੜਤੀ ਵੀ ਕੀ ਕਹਿ ਰਹੇ ਹੈ ਕਿ n ਕੋਈ ਆਪਾਂ ਨੂੰ ਨੰਬਰ ਮਿਲ ਗਿਆ, ਠੀਕ ਹੈ। m ਕੋਈ ਆਪਾਂ ਨੂੰ ਨੰਬਰ ਮਿਲ ਗਿਆ, ਜੇ ਤਾਂ ਉਹਦੇ ਇਕੁਅਲ ਵੈਲਿਊ ਤੁਸੀਂ ਭਰੋਗੇ ਜਾਂ ਉਸ ਤੋਂ ਗ੍ਰੇਟਰ ਭਰੋਗੇ n ਦੀ ਕੋਈ ਵੀ ਇੱਥੇ
ठीक है। तो आंसर किनू अप्रोच कर जूगा, आंसर अप्रोच कर जूगा 0 नू, ठीक है। तो लिमिट की है, यदा मतलब जो फंक्शन है एफ एन ਉਹ ਅਪਰੋਚ ਕਰ ਰਿਹਾ ਹੈ ਕਿਨੂੰ 0 ਨੂੰ। ਐਫ ਐਨ ਸੀ ਕੀ ਆਪਣਾ ਸੀਗਾ ਸੀਕੁਐਂਸ, ਇਟ ਮੀਨਸ 1/n ਹੈ ਜਿਹੜਾ ਉਹ 0 ਨੂੰ ਅਪਰੋਚ ਕਰ ਗਿਆ, ਠੀਕ ਹੈ। ਤੇ ਜੇ ਕੋਈ ਸੀਕੁਐਂਸ ਦੀ ਵੈਲਿਊ ਫਾਈਨਾਈਟ ਵੈਲਿਊ ਨੂੰ ਅਪਰੋਚ ਕਰ ਜੇ ਤਾਂ ਉਹਨੂੰ ਆਪਾਂ ਕਹਿ ਦਿੰਦੇ ਆ ਕਨਵਰਜੈਂਟ ਸੀਕੁਐਂਸ। ਤਾਂ ਇਹ ਆਪਣੇ ਕੋਲੇ ਕੀ ਹੈ, ਕਨਵਰਜੈਂਟ ਸੀਕੁਐਂਸ ਹੈ, क्योंकि दी वैल्यू फाइनाइट वैल्यू ਨੂੰ ਅਪਰੋਚ ਕਰ ਰਹੀ ਹੈ, ठीक है। ਇੱਥੇ ਜੇ ਐਗਜ਼ਾਮਪਲ ਹੁੰਦੀ f of n is equal to n ਸਕੁਆਇਰ, ਤੁਹਾਨੂੰ ਕੀ ਲੱਗਦਾ ਵੀ ਇਹ ਕਨਵਰਜੈਂਟ ਹੋ ਜਾਂਦਾ। ਇਹ ਕਨਵਰਜੈਂਟ ਕਿੱਥੋਂ ਆ ਜੂ, ਜਿੰਨੇ ਇੱਥੇ ਵੈਲਿਊ ਵੱਡੀ ਭਰਤੀ ਤੁਸੀਂ ਇਹਨੇ ਤਾਂ ਇਨਫਿਨਿਟੀ ਨੂੰ ਅਪਰੋਚ ਕਰ ਜਾਣਾ ਹੈ। ਫਾਈਨਾਈਟ ਨੰਬਰ ਕਿਹੜਾ ਭਾਲਦੇ ਹੋ ਤੁਸੀਂ ਇੱਥੇ, ਠੀਕ ਹੈ। ਇਹ ਕੀ ਹੈ, ਇੱਕ ਇਨਕਰੀਜ਼ਿੰਗ ਸੀਕੁਐਂਸ ਹੈ। ਤੇ ਜੇ ਤੁਸੀਂ ਇੱਥੇ n ਇਨਫਿਨਿਟੀ ਨੂੰ ਅਪਰੋਚ ਕਰਾਓਗੇ ਤੇ ਇਹਨੇ ਕੀ ਹੋ ਜਾਣਾ, ਇਨਫਿਨਿਟੀ ਹੋ ਜਾਣਾ। ਮੀਨਸ ਇਹ ਕੀ ਹੈ, ਕਨਵਰਜੈਂਟ ਨਹੀਂ ਹੈਗਾ, ਠੀਕ ਹੈ। ਇਹ ਸੀਕੁਐਂਸ ਹੈ ਜਿਹੜਾ ਨਾਟ ਕਨਵਰਜੈਂਟ ਹੈ, ਡਾਈਵਰਜ ਕਰ ਰਿਹਾ ਹੈ। ਲਓ ਵੀ ਹੁਣ ਆਉਣੇ ਆਪਣੇ ਮੇਨ ਟੌਪਿਕ ਤੇ, ਜਿਹਨੇ ਆਪਾਂ ਸਭ ਤੋਂ ਵੱਧ ਤੰਗ ਕਰਿਆ ਹੋਇਆ ਕਿਹੜੇ ਬੰਦੇ ਨੇ, ਆਹ ਪੁਆਇੰਟ ਵਾਈਜ਼ ਕਨਵਰਜੈਂਟ ਹੈ, ਇੱਕ ਯੂਨੀਫਾਰਮਲੀ ਕਨਵਰਜੈਂਟ ਹੈ, ਠੀਕ ਹੈ। ਤੇ ਇਹ ਗੱਲ ਹੁਣ ਕੱਲੀ ਕਲੀਅਰ ਹੋ ਜੂਗੀ ਆਹ ਐਗਜ਼ਾਮਪਲ ਤੋਂ, ਕਿਉਂਕਿ ਦੋਨੇ ਬੰਦੇ ਇਹਦੇ ਵਿੱਚ ਆਪਾਂ ਚੈੱਕ ਕਰਨੇ ਆ। ਸ਼ੋ ਦੈਟ ਸੀਕੁਐਂਸ ਐਫ ਐਨ ਐਕਸ ਵੇਅਰ ਐਫ ਐਨ ਐਕਸ ਇਜ਼ ਇਕੁਅਲ ਟੂ 1/x plus n ਇਸ ਪੁਆਇੰਟ ਵਾਈਜ਼ ਐਜ਼ ਵੈਲ ਐਜ਼ ਯੂਨੀਫਾਰਮਲੀ ਕਨਵਰਜੈਂਟ। ਤੇ ਇੱਥੇ ਤੁਸੀਂ ਧਿਆਨ ਰੱਖਣਾ x ਦੀ ਵੈਲਿਊ ਜਿਹੜੀ ਅਪਰੋਚ ਕਰ ਰਹੀ ਹੈ ਇਹਨਾਂ ਨੇ ਦਿੱਤੀ ਹੈ 0 to b, ਮੀਨਸ ਇਸ ਇੰਟਰਵਲ 'ਚ ਤੁਸੀਂ ਲੈਣੀ ਹੈ ਇਹ। ਤਾਂ ਪਹਿਲਾਂ ਇਹਨੂੰ ਪੁਆਇੰਟ ਵਾਈਜ਼ ਕਨਵਰਜੈਂਟ ਆਪਾਂ ਸ਼ੋ ਕਰ ਦਈਏ, ਠੀਕ ਹੈ। ਪਹਿਲਾਂ ਮੈਂ ਇਹਨੂੰ ਇਹਦੇ ਅਕੋਰਡਿੰਗ ਸ਼ੋ ਕਰੂੰਗਾ, ਠੀਕ ਹੈ। ਆਪਾਂ ਕੀ ਕੀਤਾ ਸੀ ਡਿਸਕਸ, ਕੀ ਅਗਰ ਲਿਮਿਟ n ਅਪਰੋਚਸ ਟੂ ਇਨਫਿਨਿਟੀ ਐਫ ਐਨ ਐਕਸ ਦਾ ਆਂਸਰ ਐਫ ਐਕਸ ਆ ਜਾਂਦਾ ਹੈ ਫॉर ਆਲ x ਬਿਲੋਂਗਸ ਟੂ e, ਤਾਂ ਫੰਕਸ਼ਨ ਕੀ ਹੈ, ਪੁਆਇੰਟ ਵਾਈਜ਼ ਕਨਵਰਜੈਂਟ ਹੋ ਜਾਂਦਾ ਹੈ, ਠੀਕ ਹੈ। ਤਾਂ ਹੁਣ ਪਹਿਲਾਂ ਇਹਦੇ ਅਕੋਰਡਿੰਗ ਚੈੱਕ ਕਰ ਲਈ, ਉਸ ਤੋਂ ਬਾਅਦ ਆਹ ਤਾਂ ਮੈਂ ਗੱਲ ਕਲੀਅਰ ਕਰਨੀ ਹੈ ਵੀ m ਜਿਹੜਾ ਡਿਪੈਂਡ ਕਰਦਾ x ਤੇ ਐਪਸਾਈਲਨ ਤੇ, ਠੀਕ ਹੈ। ਇਹ ਆਪਾਂ ਬਾਅਦ ਚ ਮੈਂ ਡਿਸਕਸ ਕਰਕੇ ਦਿਖਾਉਣਾ। ਪਹਿਲਾਂ ਇਹਦੇ ਅਕੋਰਡਿੰਗ ਚੈੱਕ ਕਰ ਲਈਏ ਵੀ ਇਹ ਪੁਆਇੰਟ ਵਾਈਜ਼ ਕਨਵਰਜੈਂਟ ਹੈ ਕਿ ਨਹੀਂ ਹੈ, ਠੀਕ ਹੈ। ਲਓ ਵੀ ਲਿਮਿਟ n ਅਪਰੋਚਸ ਟੂ ਇਨਫਿਨਿਟੀ ਐਫ ਐਨ ਐਕਸ, ਠੀਕ ਹੈ। ਵੈਸੇ ਵੀ ਜਨਰਲੀ ਕੋਈ ਫੰਕਸ਼ਨ ਤੁਸੀਂ ਚੈੱਕ ਕਰਨਾ ਹੋਵੇ ਵੀ ਪੁਆਇੰਟ ਵਾਈਜ਼ ਕਨਵਰਜੈਂਟ ਹੈ ਕਿ ਨਹੀਂ, ਤਾਂ ਤੁਸੀਂ ਐਂ ਚੈੱਕ ਕਰੋਗੇ, ਠੀਕ ਹੈ। ਆਹ ਚੀਜ਼ ਹੈ ਜਿਹੜੀ ਜਸਟ ਡੈਫੀਨੇਸ਼ਨ ਹੈ, ਇਹਦੀ ਵੀ ਚੱਕਰ ਕੀ ਹੈ, ਠੀਕ ਹੈ। ਇਹ ਵੀ ਸਮਝਾਉਣੇ ਹੁਣ ਆਪਾਂ। ਚਲੋ ਐਫ ਐਨ ਐਕਸ ਇਜ਼ ਇਕੁਅਲ ਟੂ ਲਿਮਿਟ n ਅਪਰੋਚਸ ਟੂ ਇਨਫਿਨਿਟੀ 1/x plus n, ਠੀਕ ਹੈ। ਲਓ ਜਦੋਂ ਹੀ ਤੁਹਾਡਾ n ਇਨਫਿਨਿਟੀ ਨੂੰ ਅਪਰੋਚ ਕਰ ਗਿਆ ਤਾਂ ਆਹ ਨੰਬਰ ਕੀ ਹੋ ਜਾਣਾ, ਸਾਰਾ ਇਨਫਿਨਿਟੀ ਹੋ ਜਾਣਾ, ਮੀਨਸ 1/infinity ਮੀਨਸ 0 ਨੂੰ ਅਪਰੋਚ ਕਰ ਗਿਆ, ਠੀਕ ਹੈ। x ਦੀ ਵੈਲਿਊ ਜਿਹੜੀ ਮਰਜ਼ੀ ਹੋਈ ਜਾਵੇ, ਠੀਕ ਹੈ। x ਨੂੰ ਫॉर ऑल x ਦੀ ਵੈਲਿਊ ਇੱਥੇ ਜਿਹੜੀ ਮਰਜ਼ੀ ਹੋਈ ਹੈ, x ਨੂੰ ਪੁੱਛਦਾ ਕਿਸੇ ਦਾ ਨਹੀਂ ਕੋਈ। ਜਦੋਂ ਆਹ ਇਨਫਿਨਿਟੀ ਹੋ ਗਿਆ ਤੇ ਫਿਰ x ਦੀ ਵੈਲਿਊ ਕੁਛ ਮਰਜ਼ੀ ਹੋਵੇ, ਠੀਕ ਹੈ। ਇਹਨੇ ਇਨਫਿਨਿਟੀ ਰਹਿਣਾ, ਠੀਕ ਹੈ। ਲਓ ਵੀ 1/infinity ਕੀ ਹੋ ਗਿਆ, 0 ਨੂੰ ਅਪਰੋਚ ਕਰ ਗਿਆ ਫॉर ऑल x, ਇਟ ਮੀਨਸ ਐਫ ਐਨ ਐਕਸ ਇਜ਼ ਪੁਆਇੰਟ ਵਾਈਜ਼ ਕਨਵਰਜੈਂਟ ਐਂਡ ਕਨਵਰਸ ਟੂ 0। ਲਓ ਵੀ 0 ਨੂੰ ਕਨਵਰਸ ਕਰ ਗਿਆ। ਲਓ ਹੁਣ ਇਹੀ ਚੀਜ਼ ਮੈਂ ਇਹਦੇ ਅਕੋਰਡਿੰਗ ਐਕਸਪਲੇਨ ਕਰਦਾ, ਠੀਕ ਹੈ। ਹੁਣ ਇਹ ਕਹਿੰਦਾ ਵੀ ਸੀਕੁਐਂਸ ਆਫ ਫੰਕਸ਼ਨ ਐਫ ਐਨ defined on a set E is said to be point wise convergent for x belongs to E। ਉੱਥੇ ਕੀ ਮਿਲਣਾ ਚਾਹੀਦਾ, ਇੱਕ m ਮਿਲਣਾ ਚਾਹੀਦਾ, ਨੈਚੁਰਲ ਨੰਬਰ ਨੂੰ ਬਿਲੋਂਗ ਕਰਦਾ, ਠੀਕ ਹੈ। ਮੰਨ ਲਓ ਮੈਂ x ਦੀ ਵੈਲਿਊ ਇੱਥੇ 1 ਭਰ ਲਈ ਤਾਂ ਆਪਣੇ ਕੋਲ ਆ ਜਾਣਾ f of n into 1 is equal to 1/1 plus n, ਠੀਕ ਹੈ। ਤੇ ਹੁਣ ਇਹ ਕੀ ਹੈ, ਇੱਕ ਸੀਕੁਐਂਸ ਬਣ ਗਿਆ, ਠੀਕ ਹੈ। ਹੁਣ ਇਹ ਸੀਕੁਐਂਸ ਆਫ ਫੰਕਸ਼ਨਸ ਨਹੀਂ ਰਿਹਾ, ਠੀਕ ਹੈ। ਸੀਕੁਐਂਸ ਆਫ ਫੰਕਸ਼ਨਸ ਤਾਂ ਰਹਿਣਾ ਸੀ, ਇੱਥੇ x ਆਉਂਦਾ ਤਾਂ, ਠੀਕ ਹੈ। ਹੁਣ ਇਹ ਤਾਂ ਇਕੱਲਾ ਸੀਕੁਐਂਸ ਬਣ ਗਿਆ, ਜਿਵੇਂ ਆਪਾਂ ਪਹਿਲਾਂ ਡਿਸਕਸ ਕਰਿਆ ਸੀ ਵੀ f of n ਦਾ ਆਂਸਰ ਕੀ ਆ ਰਿਹਾ, 1/1 plus n ਆ ਰਿਹਾ, ਠੀਕ ਹੈ। ਤੇ ਉਹਦੀ ਆਪਾਂ ਕਨਵਰਜੈਂਸ ਚੈੱਕ ਕਰਕੇ ਆਏ ਸੀ, ਕਨਵਰਜੈਂਸ ਆਫ ਸੀਕੁਐਂਸ, ਠੀਕ ਹੈ। ਕਿਵੇਂ ਚੈੱਕ ਕਰੀ ਸੀ ਆਪਾਂ, ਇੱਥੇ ਨੈਚੁਰਲ ਨੰਬਰ ਭਰੀ ਗਏ ਸੀ, ਠੀਕ ਹੈ। ਮੀਨਸ 1/1 plus 1 ਕਿੰਨਾ ਹੋ ਗਿਆ, 1.2। ਇਹ ਵੀ ਡਿਕਰੀਜ਼ਿੰਗ ਆ, ਹੁਣ ਤੁਸੀਂ ਦੇਖ ਲਓ ਮਾੜਾ ਜਿਹਾ, ਠੀਕ ਹੈ। 1 plus 2 ਕਿੰਨਾ ਹੋ ਗਿਆ, 1.3। f of 3 ਕਿੰਨਾ ਹੋ ਗਿਆ, 1/1 plus 3 1.4। ਤੇ ਕਰਦੇ ਕਰਾਉਂਦੇ ਕੀ ਹੋ ਜਾਣਾ, ਇੱਥੇ m ਜਦੋਂ ਤੁਸੀਂ ਪੁੱਟ ਕਰਿਆ, ਠੀਕ ਹੈ, 1/1 plus m, ਉਹਨੇ ਕਿਹਨੂੰ ਅਪਰੋਚ ਕਰਨਾ ਹੈ, 0 ਨੂੰ ਅਪਰੋਚ ਕਰ ਜਾਣਾ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ ਮਰਜ਼ੀ ਨੰਬਰ ਭਰੀ ਆਇਓ, f of m plus 2 ਚਾਹੇ f of m plus 1 ਭਰ ਲਿਓ, ਸਾਰਿਆਂ ਦਾ ਆਂਸਰ ਕੀ ਆ ਜਾਣਾ, 0 ਨੂੰ ਅਪਰੋਚ ਕਰ ਜਾਣਾ ਹੈ। ਇਟ ਮੀਨਸ ਅਗਰ ਤੁਸੀਂ x ਦੀ ਵੈਲਿਊ 1 ਲੈ ਰਹੇ ਹੋ ਤਾਂ ਜਿਹੜਾ ਤੁਹਾਡੇ ਕੋਲੇ ਸੀਕੁਐਂਸ ਬਣ ਰਿਹਾ ਉਹ ਕਿਹਨੂੰ ਕਨਵਰਟ ਕਰ ਗਿਆ, ਉਹ ਕਰ ਗਿਆ 0 ਨੂੰ ਕਨਵਰਟ, ਠੀਕ ਹੈ। ਤਾਂ ਤੁਸੀਂ ਇੱਥੇ ਕੀ ਲਿਖ ਸਕਦੇ ਹੋ, ਤੁਸੀਂ ਇੱਥੇ ਲਿਖ ਸਕਦੇ ਹੋ ਕਿ f of fn1 minus 0 less than epsilon for all n greater than equals to m, ठीक है।
मीनस आप 1 पॉइंट ते पॉइंट वाइज कन्वर्जेंस चैक की है, ठीक है। तो एम अपन कोई नैचुरल नंबर मिल गया, उस तो बाद जो कोई एन की वैल्यू पुट करोगे या वो इक्वल भी पुट करोगे तो FN1 का आंसर की है 0 ਨੂੰ अप्रोच कर जाना है। इट मीनस ये 1 ਤੇ है जो पॉइंट वाइज कन्वर्जेंट हो गया, ठीक है। क्यों हो गया? क्योंकि यही तो कहते सी भी FN(x - FX) है जो लैस दैन एप्सिलॉन आ जाए, ठीक है, फॉर ऑल n ग्रेटर दैन इक्वल्स टू m। तो लिमिट कितनी आ गई? 0 आ गई। लो हुण जदों मान लो x चेंज होंदा है, ठीक है, क्योंकि आप पॉइंट वाइज कन्वर्जेंस चेक करने हैं, मैं कल्ली 1 ते चेक करिए कन्वर्जेंस। हुण मान लो तुसीं 2 पुट कर लिया इत्थे, ठीक है, फिर जिहड़ा फंक्शन अपना वो की बन जाना है 1/2 + n बन जाना, ठीक है। ये भी की बन गया ये भी एक सीक्वेंस बन गया, ठीक है, सीक्वेंस बन गया है FN = 1/2 + n, ठीक है। ਹੁਣ ਮਾੜਾ ਜਿਹਾ ਧਿਆਨ ਨਾਲ ਦੇਖ ਲਓ ਵੀ ਇਹਦੇ ਨੀਚੇ ਇੱਕ ਨੰਬਰ ਪਹਿਲਾਂ ਹੀ ਗ੍ਰੇਟਰ ਹੈ। ਮੰਨ ਲਓ ਇੱਥੇ n ਦੀ ਵੈਲਿਊ 2 ਹੁੰਦੀ ਹੈ, ਇੱਥੇ 3 ਹੈ, ਤਾਂ ਫਿਰ ਇੱਥੇ ਕਿੰਨਾ 4 ਹੈ, ਠੀਕ ਹੈ। ਮੀਨਸ ਇੱਕ ਨੰਬਰ ਪਹਿਲਾਂ ਹੀ ਐਡਵਾਂਸ ਚੱਲ ਰਿਹਾ ਹੈ, ਮਤਲਬ ਭਾਰ ਥੋੜਾ ਜਿਹਾ ਪਹਿਲਾਂ ਹੀ ਇਹਦੇ ਤੇ ਵੱਧ ਆ ਥੱਲੇ, ਠੀਕ ਹੈ। ਤਾਂ ਹੁਣ ਜੇ ਤੁਸੀਂ ਪੁੱਟ ਕਰੋਗੇ f(1) ਇਹਨੇ ਹੋ ਜਾਣਾ 1.3, f(2) ਪੁੱਟ ਕਰਿਆ 1.4 ਹੋ ਜਾਣਾ, ਇੱਕ ਸਟੈਪ ਅੱਗੇ ਚੱਲੀ ਜਾਂਦਾ ਇਹਦੇ ਤੋਂ, ठीक है। इट मीनस अगर यह M ते जाके 0 ਨੂੰ अप्रोच करिया सी, ठीक है, तो इन्हें तो एक स्टैप पहले ही अप्रोच कर जाना 0 ਨੂੰ, ठीक है। मीनस कितने अप्रोच कर जाना? M - 1 ते कर जाना, समझ रहे, ठीक है, क्योंकि एक स्टैप तो यह पहले अगे है। जे M भर के 0 ਨੂੰ अप्रोच करता सी तो यह M - 1 ते 0 ਨੂੰ अप्रोच कर गया, ठीक है। इट मीनस इस तो अगला नंबर जो मर्जी भरी है वो यह 0 ਨੂੰ अप्रोच ही करी जाऊगा, ठीक है। तो फिर इतों आप कह सकते हैं, इतों आप कह सकते हैं कि f(n) into 2 minus 0 less than epsilon for all n greater than equals to m minus 1, m minus 1। लो हुण सारी गल क्लीयर हो गई भी ये बंदा जड़ा ये बदल जाता है कदों? जदों x बदल जाता है, ठीक है। इन्हें डिपेंड करना कि x ते भी तो एप्सिलॉन ते भी डिपेंड करना है, ठीक है। तो जदों ही तुसी n की वैल्यू इत्थे 2 लई तो फिर इन्हें पहला ये m सीगा, फिर ये m - 1 हो गया, मतलब है तो ये नैचुरल नंबर ही, ठीक है। तो ये बंदा बदल गया, ठीक है। तो ये डिपेंड किते कर रहा है? डिपेंड कर रहा है x ते एप्सिलॉन ते, ठीक है। तो हुण तुसी इत्थे ही पुट करके देखी जाओ, ठीक है। मान लो हुण इत्थे मैं f(n)3 पुट कर लिया, मतलब 3 ते कन्वर्जेंस चेक करन लग गया पॉइंट वाइज, फिर इन्हें बंदे ने होर कट देना, फिर इन्हें M - 2 हो जाना, ठीक है। तो कहने का मतलब की है? कहने का मतलब भी ये फंक्शन है, सीक्वेंस ऑफ फंक्शन है जोड़ा पॉइंट वाइज कन्वर्जेंट करूगा किनू? 0 ਨੂੰ, ठीक है। पर आह चीज़ जी समझने वास्ते करी आप, ठीक है, करके तुम यहीं दिखाना है, ठीक है, भी तुम ये सीधी n अप्रोचेस टू इनफिनिटी लिमिट लै लो तो जिन्ना आंसर थोड़ा आ गया फॉर ऑल x वो की है थोड़ी लिमिट होगी पॉइंट वाइज। चलो भी हुण इहनूं आपां यूनीफॉर्मली कन्वर्जन प्रूव कर दिए। तो यूनीफॉर्मली कन्वर्जन जमी सौखा की डेफिनेशन आप यूज़ करांगे फॉर ऑल x बिलोंग्स टू E। ये कहता भी कोई n नैचुरल नंबर मिलना चाहिए तो FN(x - FX) लैस दैन एप्सिलॉन आ जाऊगा। तो सब तो वड्डी गल ये n आ जिहड़ा दल बदलू बंदा है नहीं गा, ये डिपेंड करता कल्ला किहदे ते? एप्सिलॉन ते, एक बंदे ते डिपेंड करता है, ठीक है। तो जे तो हुण आपां नूं n कोई नैचुरल नंबर मिल गया, लो इत्थे डिस्कस करते हैं। पहली गल तो हुणे आपां प्रूव कर रहा सी लिमिट n अप्रोचेस टू इनफिनिटी FN(x) का आंसर कितना आया सी? 0 आया सी, ठीक है। इट मीनस f(x) की वैल्यू है जी है 0 है, ठीक है। लो हुण आपां चेक करते हैं गिवन एप्सिलॉन ग्रेटर दैन 0 FN(x माइनस FX लैस दैन एप्सिलॉन फॉर ऑल n ग्रेटर दैन इक्वल्स टू m। आप ये लैट ले लें, ठीक है, फॉर ऑल n ग्रेटर दैन इक्वल्स टू कैपिटल N। चलो ये वैल्यू भर दो, ये अपने को हो गया 1/x + n माइनस f(x) तो है ही 0, ठीक है, लैस दैन एप्सिलॉन मीनस मोटी मोटी गल ये होगी भी 1/x + n का मॉडलस है जोड़ा वो लैस दैन एप्सिलॉन हो गया, ठीक है। कितने फॉर ऑल n ग्रेटर दैन इक्वल्स टू n, ठीक है। तो इत्थे हुण आ मैं मॉडलस चकता, ठीक है। की गल घर दी मर्जी भी मॉडलस किवें चकता पहलां लग्या पिया सी, ठीक है। ये चक सकते हैं आप, क्यों चक कर सकते हैं? क्योंकि x की वैल्यू जी किनू अप्रोच करती सी वो 0 to b ये चो लैनी सी आपां, ठीक है, मतलब पॉजिटिव लैनी है। कहने का मतलब x की वैल्यू पॉजिटिव ही होगी, ठीक है। तो n ये तो बेचारा हो ही नहीं सकता, नैगेटिव चांस ही है नहीं, n तो नैचुरल नंबर ही लेना आप, ठीक है। इट मीनस आ सारा नंबर पॉजिटिव ही बनूगा, ठीक है। तो तां भी बंदा पॉजिटिव ही बैठा, ठीक है। ये तो मतलब मॉडलस चक दी आप, कोई चक्कर नहीं। मॉडलस का काम होंगे भी नैगेटिव आऊगा उन्होंने पॉजिटिव करना है, तो नैगेटिव है नहीं, एवं सिक्योरिटी ला रखी है इतने आप, ठीक है। इन्हों हटा दो हम, ठीक है। 1/x + n लैस दैन एप्सिलॉन आ गया फॉर ऑल n ग्रेटर दैन इक्वल्स टू n। लो हुण आपां देखते हैं भी n आपां नूं कोई मिलता कि नहीं मिलता नंबर, ठीक है। चलो जे दी वैल्यू लैस दैन एप्सिलॉन तुसीं करनी है
चलो जी इनू आप लिख लिया x प्लस n ग्रेटर दैन 1/ε। एक ही चक्कर ये उल्टा का तो हो गया काम है, ये हो जाता है मान लो 6 ग्रेटर है 3 तो 1/6 है जो छोटा हो जाता है 1/3 तो, ठीक है। तो तुसीं याद रख लेना। लो भी हुण इत्थों आपां n की वैल्यू चैक करते हैं भी की आउंदी है, ठीक है। n ग्रेटर दैन 1/ε इनू आप उधर ले गए -x, ठीक है। हुण देखो n की वैल्यू हुण देखो राइट साइड है जी, राइट साइड ऑफ इनक्वैलिटी वो की हो रही है डिक्रीज होगी कदों, डिक्रीज वैन एक्स इनक्रीज, जदों जदों एक्स तुसीं इनक्रीज करी जाओगे तो इन्हें छोटा होंदा जाना, ठीक है। मतलब एक्स की वैल्यू सब तो छोटी कितनी हो सकती है 0, नहीं तो उदों वड्डी भरांगे आपां, ठीक है। सब तो छोटी वैल्यू एक्स की 0 है, इट मीनस जी आह वैल्यू है इहदा सब तो ग्रेटेस्ट आंसर मीनस हाईएस्ट वैल्यू की कितनी आ सकती है 1/ε आ सकती है, क्योंकि जो 0 भरांगे तो, ठीक है। जो तू बड़ा नंबर भरन लगे फिर तो छोटा हो जाना, ठीक है। इट मीनस कहने की मुकदी जी गल ये है भी आप एन जोड़ा कैपीटल एन उन्होंने मैं 1/ε लै लिया, ठीक है। हुण देखो जो ही इनू 1/ε लै लिया इट मीनस आपां नूं की मिल गया, एक एन मिल गया, वो की है पॉजिटिव नंबर है, ठीक है। एन की अपने को एक पॉजिटिव नंबर है तो एन ग्रेटर दैन इक्वल्स टू एन, ये रिजल्ट होल्ड कर रहा है किहड़ा आह fn(x - f(x) लैस दैन ε। इट मीनस ये फंक्शन की है यूनीफॉर्मली कन्वर्जेंट हो गया, ठीक है। तो हुण आपां डिस्कस करते हैं नैक्सट एग्जाम्पल। मोस्ट इंपॉर्टेंट एग्जाम्पल है डज पॉइंट वाइज कन्वर्जेंस इंप्लाई यूनीफॉर्मली कन्वर्जेंस। ये तो मैं तुहानूं उद्दी दस्सिया सी भी जे कोई फंक्शन है सीक्वेंस ऑफ फंक्शन है जो पॉइंट वाइज कन्वर्जेंट है तो कोई जरूरी नहीं भी वो जो यूनीफॉर्मली कन्वर्जेंट होवे, ठीक है। हो भी सकता है नहीं भी हो सकता, ठीक है। आंसर तो नो है, पक्का ही है, श्योर ही है। तो हुण आपां जस्टिफाई करके दिखाना है, मीनस इन्हों ऐ तो इन्होंने मनना ही, इन्होंने एग्जाम्पल दे के दिखानी पऊगी, ठीक है। भी आ प्रूफ पे आ चक्को, ठीक है। वो आप काम करांगे इत्थे हुण। चलो जी डिस्कस करते हैं। लेट fn(x) इज इक्वल टू nx अपॉन 1+n² x² फॉर ऑल x बिलोंग्स टू R। चलो जी यदि हुण आपां कढदे हैं लिमिट, ठीक है। तुहानूं दस्सिया सी जे पॉइंट वाइज कन्वर्जेंस तुसीं चैक करनी होवे तो तुसीं की करना है n अप्रोचेस टू इनफिनिटी लै लेना, ठीक है। चलो लिमिट n अप्रोचेस टू इनफिनिटी fn(x) मीनस लिमिट n अप्रोचेस टू इनफिनिटी nx अपॉन 1+n² x²। चलो इनू आप लिमिट का आप +1 क्लास तो सॉल्व करते होने हैं, इनू आप सॉल्व करांगे nx इनू तो प्यार रहन दो, इतों n² कॉमन कर लो, ठीक है। ये आ गया 1/n² प्लस x², तो एक n का कैंसल आउट हो जानी है, कितना रह गया है लिमिट n अप्रोचेस टू इनफिनिटी x अपॉन n आ n जी बची सी एक, ठीक है, इंटू 1/1+n² 1/n² प्लस x²। तो जो ही तुम हम इतने n इनफिनिटी अप्रोच कराओगे तो यदा आंसर की हो जाना 0 हो जाना है, यदा आंसर भी 0 हो जाना है। कुल मिला के आंसर की बन गया अपने को 0/0 प्लस x², मीनस यदा आंसर 0 आऊगा फॉर ऑल वैल्यू x बिलोंग्स टू R, बट x की वैल्यू जी 0 नहीं होनी चाहिए, क्योंकि जो 0 हो गया तो 0.0 है जी नॉट डिफाइंड हो जानी है। इट मीनस x की वैल्यू कोई मर्जी ले जाओ उत्थे है कि पॉइंट वाइज कन्वर्जेंट हैगा, x नॉट इक्वल्स टू 0 होना चाहिए, ठीक है। तो सो दिस सीक्वेंस ऑफ फंक्शंस इज पॉइंट वाइज कन्वर्जेंट, ठीक है। चलो भी हुण आप डिस्कस करते हैं यूनीफॉर्मली कन्वर्जेंस, ठीक है। तो ये फंक्शन आप यूनीफॉर्मली कन्वर्जेंस होने नहीं देना, ठीक है। लो हुण आप देखते हैं भी किवें इहनूं रोकदे हैं, ठीक है। लो भी यूनीफॉर्मली कन्वर्जेंस आप चेक कर लेने हैं। नाउ वी शैल शो दैट it is not uniform in any interval a b including 0, ठीक है। जे आप रियल नंबर के कोई भी इंटरवल बना लीए जिहदे विच 0 इनकलूड होवे उत्थे तां यह कहंदा भी यूनीफॉर्मली कन्वर्जेंट है ही नहीं गा, ठीक है। जिवें मान लो तुहानूं मैं कहदा भी 1 -1 2
3 बना लिया, ये भी एक इंटरवल है रियल नंबर के विचों ते 0 ये आउंदी है अपने को, ठीक है। तो इत्थे ये की है यूनीफॉर्मली कन्वर्जेंट होना नहीं है, आप शो करते हैं, ठीक है। चलो अज्यूम दैट मैथ वालों का काम ही पुठा है, इन्होंने मनना ही होंगे भी सपोज कर लें भी ये यूनीफॉर्मली कन्वर्ज कर गया, ठीक है। सपोज दैट एफ एन एक्स कन्वर्स यूनीफॉर्मली इन ए बी, ठीक है। आप गलत सपोज करके चल पे भी ये यूनीफॉर्मली कन्वर्जेंट हैगा ए बी दे, ठीक है। तो जो गलत पासे आप चल पे तो कोई ना कोई जबखाना खड़ा हो जाता, उस तो बाद, ठीक है। तो होगा पक्का ही जाके कहाँ कोई ना कोई कॉन्ट्राडिक्शन इतने आ जानी है, ठीक है। तो उस तो बाद आप कह देंगे भी आप जो मन्निया से वो गलत है, तो यह फंक्शन है जो यूनीफॉर्म कन्वर्जेंट है नहीं गा, ठीक है। लो हुण उसका आपां नूं इंतजार है भी कित्थे जाके गड़बड़ अपनी हुंदी है, ठीक है। लो हम जो आप मान ही लिया भी ये यूनीफॉर्मली कन्वर्जेंट हो गया, ठीक है। तो फिर गिवन एप्सिलॉन ग्रेटर दैन 0 देयर एग्जिस्ट पॉजिटिव इंटीजर n, कोई ना कोई पॉजिटिव इंटीजर तो फिर मिला ही होना है, फिर ही होया है, ठीक है। सच दैट फॉर ऑल x बिलोंग्स टू a b एफ एन एक्स माइनस एफ एक्स है जो लैस दैन एप्सिलॉन आ गया होना है, ठीक है। की पता आ गया होवे, ठीक है। लैट करी बैठे आप, ठीक है। इट मीनस एफ एन एक्स मीनस एन एक्स अपॉन 1 प्लस एन स्क्वायर एक्स स्क्वायर माइनस 0 क्यों ले लिया मैं, क्योंकि एफ एक्स की लिमिट कितनी आ रही सी, एफ एन एक्स की लिमिट जी होंगी है वो एफ एक्स होंगी है, ठीक है। वो कितनी आई सी 0 आई सी, तां करके मैं इत्थे 0 पुट कर लिया। लैस दैन एप्सिलॉन फॉर ऑल एन ग्रेटर दैन इक्वल्स टू एन। हुण आ जाओ इहदे ते टेक एप्सिलॉन इज इक्वल टू 1/4 एंड इंटीजर k विथ k ग्रेटर दैन इक्वल्स टू n। आप हुण इत्थे एप्सिलॉन की वैल्यू 1/4 ले ली, आपदे कोलों लैट लई है, ठीक है। जो आप गलत मान लिया इत्थे तो फिर इत्थे लैट लैन हो गई है, एप्सिलॉन है ग्रेटर दैन इक्वल टू 0 होना चाहिए, ठीक है। तो आप ग्रेटर दैन 0 ही लिया, तो कोई इंटीजर ले लिया k जिहड़ा की है n तो ग्रेटर या इक्वल है, किहड़ी n तो जिहड़ी आ मिली सी आपां नूं इत्थे पॉजिटिव इंटीजर, ठीक है। तो सच दैट 1/k है जिहड़ा वो बिलोंग करना चाहिए किनू ए बी इंटरवल नूं, मीनस 1/k की वैल्यू ए बी दे विचों होनी चाहिए ए बी इंटरवल चों, ठीक है। चलो हुण आपां ले लिया टेक n इज इक्वल टू k, जे n की वैल्यू k हो जाए, ठीक है। k हो सकती है, हाँ हो सकती है, k की एक पॉजिटिव इंटीजर है, ठीक है। तो वही वैल्यू की है ग्रेटर दैन इक्वल्स टू n है, ठीक है। चलो n की वैल्यू आप k ले ली, ठीक है। तो x की वैल्यू कितनी ले ली 1/k ले ली, ठीक है। 1/k क्यों ले ली, आपकी मर्जी x की वैल्यू, हाँ हुणे कहा भी एस इंटरवल जो लैनी होंगी x की वैल्यू, तो आप कह के आए भी 1/k है जोड़ा एस इंटरवल के विचों आ, तां करके इहनूं मैं x मान लिया, ठीक है। चलो भी जे इहदे हुण तुसीं पुट करोगे इहदे च आ फंक्शनस, ठीक है, सीक्वेंस ऑफ फंक्शनस, इन्हें बन जाना एन एक्स, ये अपने को बन जाऊगा के, एन की वैल्यू के पुट करती, एक्स की वैल्यू 1/k पुट करती, मीनस 1 प्लस k स्क्वायर इंटू 1/k स्क्वायर, ठीक है। आ कैंसल आउट हो गया, कैंसल आउट हो गया, कितना आ गया ये 1/2 आ गया, ठीक है। मीनस एदा आंसर कितना आ गया 1/2 आ गया, ठीक है। कदों जे एन की वैल्यू k है, एक्स की वैल्यू 1/k है, ठीक है। तो आ तो है ही 0, इट मीनस कुल मिला के इहदा आंसर कितना आ रहा है 1/2 आ रहा है, ठीक है। तो 1/2 है जोड़ा वो कि तो लैस होना चाहिए सीगा, एप्सिलॉन तो लैस होना चाहिए सी, ठीक है। तो एप्सिलॉन अपना कौन है 1/4 है, ठीक है। तो 1/4 तो 1/2 किमें छोटा हो गया भी, ठीक है। ये तो फिर गलत हो गया, ये तो चक्कर गड़बड़ होगी हुण इत्थे, ठीक है। गड़बड़ क्यों हुई है, क्योंकि आप की मनी बैठे हैं, पुट्ठा ही मनी बैठे हैं भी ये यूनीफॉर्मली कन्वर्जेंट हैगा, ठीक है। इट मीनस दिस इज कॉन्ट्राडिक्शन, व्हाई, बिकॉज our supposition is wrong, so fnx is not uniformly convergent on any interval a b which contains 0, ठीक है। हुण आपां प्रूव करदे भी इहदे विच 0 होनी है पक्का ही, तां करके नहीं ये यूनीफॉर्मली कन्वर्जेंट होया, ठीक है। लो किवें शो करांगे कि जो देखो 1/k की अपने को एक पॉजिटिव इंटीजर है जिसकी वैल्यू n तो ग्रेटर है, ठीक है। हुण जिवें जिवें k इनफिनिटी भी अप्रोच कर सकता है, क्योंकि नंबर वड्डा है n तो जिन्ना मर्जी वड्डा हो जाए, ठीक है। तो इन्हें किनूं अप्रोच कर जाना है 0 नूं, ठीक है। मीनस ਇਹਦਾ मतलब यही जोड़ा इंटरवल है ए बी
ਉਹ ਕਿਹਨੂੰ ਕੰਟੇਨ ਕਰ ਰਿਹਾ ਸੀਗਾ, 0 ਨੂੰ ਕੰਟੇਨ ਕਰ ਰਿਹਾ ਸੀ। ਠੀਕ ਹੈ, ਕਿਉਂਕਿ ਆਪਾਂ ਲਿਆ ਸੀ 1/k ਜਿਹੜਾ ਬਿਲੋਂਗਸ ਟੂ AB। ਇਟ ਮੀਨਸ ਐਨੀ ਇੰਟਰਵਲ ਦਿਸ ਫੰਕਸ਼ਨ, it means this function is not a uniformly convergent in any interval AB including 0। ਠੀਕ ਹੈ, ਤੇ ਆਪਣੇ ਕੋਲ ਮੋਸਟ ਇੰਪੋਰਟੈਂਟ ਐਗਜ਼ਾਮਪਲ ਹੈ, ਕਈ ਵਾਰ ਕੁਐਸਚਨ ਦੇ ਵਿੱਚ ਪੁੱਛ ਲੈਂਦੇ ਆ। ਠੀਕ ਹੈ, ਤਾਂ ਤੁਸੀਂ ਇਹ ਐਗਜ਼ਾਮਪਲ ਹੈ ਜਿਹੜੀ ਰੱਟ ਲੈਣੀ ਹੈ ਤੇ ਉੱਥੇ ਪ੍ਰੂਵ ਕਰ ਦਿਓ ਵੀ ਇਹ ਪੁਆਇੰਟ ਵਾਈਜ਼ ਕਨਵਰਜੈਂਟ ਹੈ, ਬਟ ਇਹ ਯੂਨੀਫਾਰਮਲੀ ਕਨਵਰਜੈਂਟ ਹੈ ਨਹੀਂਗਾ। ਠੀਕ ਹੈ, ਤੇ ਇਹ ਸੀ ਅੱਜ ਦਾ ਆਪਣਾ ਟੌਪਿਕ। ਇਹਦੇ ਵਿੱਚ ਆਪਾਂ ਜਸਟ ਕੁਛ ਨਹੀਂ ਕੀਤਾ, ਇਕੱਲਾ ਹੀ ਪੁਆਇੰਟ ਵਾਈਜ਼ 2 ਜਣੇ ਡਿਸਕਸ ਕਰੇ ਹੈ। ਠੀਕ ਹੈ, ਤੇ ਨੈਕਸਟ ਆਪਣਾ ਲੈਕਚਰ ਜਿਹੜਾ ਮੋਸਟ ਇੰਪੋਰਟੈਂਟ ਆਉਣ ਵਾਲਾ ਹੈ, ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਕੌਸ਼ੀ ਨੇ ਰਿਜ਼ਲਟ ਦਿੱਤਾ ਹੈ ਕਿ ਉਹ ਆਪਾਂ ਚੈੱਕ ਕਰ ਲਈਏ। ਕੌਸ਼ੀ ਤੁਹਾਨੂੰ ਪਤਾ ਹੀ ਹੈ, ਮਹਾਨ ਬੰਦਾ, ਉਹਨੇ ਪਹਿਲੇ ਹੀ ਬਥੇਰੇ ਰਿਜ਼ਲਟ ਦੇ ਚੁੱਕਿਆ ਫਿਜ਼ਿਕਸ ਦੇ ਵਿੱਚ, ਮੈਥਮੈਟਿਕਸ ਦੇ ਵਿੱਚ। ਜੇ ਹਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਛੇਤੀ ਜਿਹੜਾ ਚੈਨਲ ਸਬਸਕ੍ਰਾਈਬ ਕਰ ਲਓ, ਆਲਸੋ ਬੈਲ ਆਈਕਨ ਨੂੰ ਵੀ ਦੱਬ ਦਿਓ। ਠੀਕ ਹੈ, ਤੇ ਵੀਡੀਓ ਜੇ ਵਧੀਆ ਲੱਗੀ ਤਾਂ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਆ ਕਰੋ, ਤਾਂ ਕਰਕੇ ਕਿਸੇ ਨੂੰ ਹੋ ਸਕਦਾ ਕਿਸੇ ਦਾ ਭਲਾ ਹੋ ਜਾਏ, ਹੈ ਨਾ, ਕਿਸੇ ਨੂੰ ਵਧੀਆ ਸਮਝ ਆ ਜਾਏ। ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ, ਮੈਥ ਦਾ ਆਪਣਾ ਹੈ ਹੀ ਇਹੋ ਜਿਹਾ ਸੀਕੁਐਂਸ। ਠੀਕ ਹੈ, ਇਹ ਤਾਂ ਚੰਗੇ ਭਲੇ ਬੰਦੇ ਨੂੰ ਚੱਕਰ ਆਉਣ ਲਾ ਦਿੰਦਾ। ਠੀਕ ਹੈ, ਤਾਂ ਹੋ ਸਕਦਾ ਕਿਸੇ ਨੂੰ ਵਧੀਆ ਸਮਝ ਆ ਜਾਏ, ਤਾਂ ਕਰਕੇ ਵੀਡੀਓ ਜਿਹੜੀ ਉਹ ਸ਼ੇਅਰ ਕਰ ਦਿਆ ਕਰੋ। ਥੈਂਕ ਯੂ ਵੈਰੀ ਮੱਚ।